ਇੱਕ ਅਜਿਹਾ ਦੌਰ ਆਇਆ ਜਦੋਂ ਸੋਨੀਪਤ ਦੇ ਵਿੱਚ ਡਾਂਗਾਂ ਦੇ ਨਾਲ ਕਿਸਾਨ ਦਾ ਸਿਰ ਪਾੜ ਕੇ ਉਹਨੂੰ ਜਿਹੜਾ ਕਤਲ ਕਰ ਦਿੱਤਾ ਗਿਆ। ਇਸ ਤੋਂ ਵੀ ਭੈੜਾ ਜਿਹੜਾ ਸਮਾਂ ਆਇਆ ਲਖੀਮਪੁਰ ਖੀਰੀ ਵਿੱਚ, ਜਿੱਥੇ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੂੰ ਦਰੜਿਆ ਗਿਆ। ਇਹ ਸਾਰੇ ਤੁਸੀਂ ਵਰਤਾਰੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਪ੍ਰੋਟੈਸਟ ਕਰਕੇ ਵਾਪਸ ਜਾ ਰਹੇ ਸੀ, ਕੋਈ ਵਾਇਲੈਂਸ ਕ੍ਰੀਏਟ ਨਹੀਂ ਸੀ, ਉੱਥੇ ਕੋਈ ਪ੍ਰੋਗਰਾਮ ਨਹੀਂ ਸੀ ਹੋਇਆ, ਪ੍ਰੋਗਰਾਮ ਰੱਦ ਹੋ ਗਿਆ ਸੀ। ਪ੍ਰੋਬਲਮ ਇਹ ਆਈ ਕਿ ਉਹਨਾਂ ਦੀ ਈਗੋ ਨੂੰ ਠੇਸ ਪਹੁੰਚ ਗਈ, ਕਿ ਉਹਨਾਂ ਦਾ ਹੰਕਾਰ ਟੁੱਟਿਆ। ਸਾਨੂੰ ਪ੍ਰਧਾਨ ਮੰਤਰੀ ਸੰਵਿਧਾਨ ਸਿਖਾਉਂਦਾ, ਆਏ ਆ ਜਿਉਂ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਹੋਇਆ ਕਿ ਤੁਸੀਂ ਕਿਸੇ ਦੀ ਜਾਨ ਲੈ ਸਕਦੇ ਹੋ? ਅੰਦਰ ਤਾਂ ਉਹ ਆਪਣੇ ਆਪ ਆਪਣੇ ਲੋਕਾਂ ਨੂੰ ਮਾਰ ਰਹੇ ਆ, ਤੇ ਦੂਏ ਪਾਸੇ ਆਪਣੇ ਲੋਕ ਜਿਹੜੇ ਉਹ ਸਰਹੱਦਾਂ ਤੇ ਵੀ ਮਰ ਰਹੇ ਆ ਜੀ। ਕਿ ਹੱਦਾਂ ਤੇ ਜੋ ਹੁੰਦੇ ਨੇ ਕਿਸਾਨਾਂ ਦੇ ਹੀ ਮੁੰਡੇ, ਹੱਦਾਂ ਤੇ ਵੀ ਸਾਡੇ ਮੁੰਡੇ ਮਾਰ ਰਹੇ ਆ। ਕਿਸਾਨ ਨੇ ਉਹ ਤਾਂ ਅਸੀਂ ਤਾਂ ਹੈਗੇ ਹੀ ਆ, ਅਸੀਂ ਤਾਂ ਮਾਰ ਹੀ ਰਹੇ ਹਾਂ। ਕਿ ਜਿੱਦ ਕਿਸ ਚੀਜ਼ ਦੀ ਹੈ ਸਰਕਾਰ ਦੀ? ਇੱਕ ਜਿੱਦ ਹੋ ਗਈ ਈਗੋ ਨੂੰ। ਜੇ ਸਾਡੇ ਵੀ ਕਾਲੇ ਕਾਨੂੰਨ ਰੱਦ ਕਰਾਂਗੇ ਤਾਂ ਸਾਡੀ ਈਗੋ ਨੂੰ ਠੇਸ ਪਹੁੰਚਦੀ ਹੈ। ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ, ਈਗੋ ਤੇ ਹੰਕਾਰ ਛੱਡੋ, ਇੱਕ ਤੁਸੀਂ ਆਪਦੀ ਦੇਸ਼ ਦੀ ਜਨਤਾ ਦੇਖੋ। ਚਾੜ ਕੇ ਨਿਹੱਥੇ ਵੀਰਾਂ ਉੱਤੇ ਗੱਡੀਆਂ, ਹਾਕਮ ਖੁਸ਼ ਤਾਂ ਬਹੁਤ ਹੋਏ ਹੋਣਗੇ, ਪਰ ਮੈਨੂੰ ਇਵੇਂ ਲੱਗਦਾ ਕਿ ਇਹਨਾਂ ਨਾਲੋਂ ਕਿਤੇ ਚੰਗੇ ਅੰਗਰੇਜ਼ ਰਹੇ ਹੋਣਗੇ। ਪਰ ਜਦੋਂ ਜਦੋਂ ਸ਼ਹੀਦਾਂ ਦੇ ਖੂਨ ਧਰਤੀ ਉੱਤੇ ਚੋਣਗੇ ਤਾਂ ਯਾਦ ਰੱਖੀ ਜ਼ਾਲਮ ਸਰਕਾਰੇ, ਸਾਡੀ ਕੌਮ ਵਿੱਚ ਬਾਗੀ ਪੈਦਾ ਹੋਣਗੇ, ਸਾਡੀ ਕੌਮ ਵਿੱਚ ਬਾਗੀ ਪੈਦਾ ਹੋਣਗੇ। ਜਿੰਦਾਬਾਦ ਚੈਨਲ ਦੇਖ ਰਹੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ, ਤੇ ਮੈਂ ਅਮਨਦੀਪ ਸਿੰਘ ਗੜੀ। ਸੋ ਅੱਜ ਗੱਲ ਕਰਾਂਗੇ ਕਿਸਾਨੀ ਦੇ ਬਾਰੇ। ਸੋ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਲਗਾਤਾਰ 10.5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਹੋਏ ਆ, ਸੰਘਰਸ਼ ਕਰ ਰਹੇ ਨੇ। ਇੱਕ ਪਾਸੇ ਹਕੂਮਤ ਦਾ ਜ਼ਬਰ ਆ, ਇੱਕ ਪਾਸੇ ਕਿਸਾਨਾਂ ਦਾ ਸਬਰ ਆ। ਜਿਸ ਤਰ੍ਹਾਂ ਜ਼ਬਰ ਵੱਧਦਾ ਜਾ ਰਿਹਾ, ਕਿਸਾਨ ਵੀ ਜਿਹੜੇ ਆ ਉਹ ਆਪਣਾ ਸਬਰ ਜਿਹੜੇ ਆ ਕਰੀ ਬੈਠੇ ਆ। ਕਿਉਂਕਿ ਜੇ ਜ਼ਬਰ ਦੀ ਗੱਲ ਕਰ ਲਈਏ ਤਾਂ ਬਹੁਤ ਹੀ ਮੰਦਭਾਗੀਆਂ ਘਟਨਾਵਾਂ, ਬਹੁਤ ਹੀ ਸ਼ਰਮਨਾਕ ਜਿਹੜੀਆਂ ਘਟਨਾਵਾਂ ਹੋ ਚੁੱਕੀਆਂ ਆ। ਪਰ ਇਹ ਘਟਨਾਵਾਂ ਆਖਰ ਕਦੋਂ ਤੱਕ ਕਿਸਾਨਾਂ ਨੂੰ ਸ਼ਹੀਦੀਆਂ ਦੇਣੀਆਂ ਪੈਣੀਆਂ? ਕਦੋਂ ਤੱਕ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਉਹ ਸੁੰਨੀਆਂ ਹੋਣਗੀਆਂ? ਸੋ ਇਸ ਤਰ੍ਹਾਂ ਦੇ ਕਈ ਜਿਹੜੇ ਆ ਸਵਾਲ ਜਿਹੜੇ ਆ ਉਹ ਆਮ ਲੋਕਾਂ ਦੇ ਜਿਹੜੇ ਵਿੱਚ ਉੱਠਦੇ ਆ। ਸੋ ਅੱਜ ਆਪਾਂ ਜਿਹੜਾ ਆ ਚੰਡੀਗੜ੍ਹ 33 ਸੈਕਟਰ ਦੇ ਵਿੱਚ ਪਹੁੰਚੇ ਹੋਏ ਆ। ਸਾਡੇ ਨਾਲ ਭੈਣ ਰਾਜਕੌਰ ਗਿੱਲ ਜੀ ਜੁੜੇ ਹੋਏ ਆ। ਕਈ ਜਿਹੜੇ ਆ ਇਹਨਾਂ ਦਾ ਇੱਕ ਖਾਸ ਚਿਹਰਾ ਬਣਿਆ ਹੋਇਆ ਵਾ, ਕਿਉਂਕਿ ਗੱਲ ਕਰ ਲਈਏ ਮਟਕਾ ਚੌਂਕ ਦੀ। ਮਟਕਾ ਚੌਂਕ ਇੱਕ ਅਜਿਹਾ ਚੌਂਕ ਆ ਜਿੱਥੋਂ ਅੱਜ ਕੱਲ੍ਹ ਕੋਈ ਵੀ ਵਿਦਿਆਰਥੀ ਸੰਗਠਨ, ਕੋਈ ਵੀ ਕਿਸੇ ਨੇ ਵੀ ਸੰਘਰਸ਼ ਸ਼ੁਰੂ ਕਰਨਾ ਹੋਵੇ ਜਾਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣੀ ਹੋਵੇ ਤਾਂ ਮਟਕਾ ਚੌਂਕ ਨੂੰ ਚੁਣਦਾ ਹੈ। ਕਿਉਂਕਿ ਮਟਕਾ ਚੌਂਕ ਇੱਕ ਅਜਿਹਾ ਚੌਂਕ ਬਣ ਗਿਆ ਜਿੱਥੇ ਪਹਿਲਾਂ ਕਿਹਾ ਜਾਂਦਾ ਸੀ ਕਿ ਚੰਡੀਗੜ੍ਹ ਪੱਥਰਾਂ ਦਾ ਸ਼ਹਿਰ ਆ, ਪਰ ਕੁਛ ਅਜਿਹੀਆਂ ਸ਼ਖਸੀਅਤਾਂ, ਅਜਿਹੇ ਲੋਕ ਜਿਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਚੰਡੀਗੜ੍ਹ ਪੱਥਰਾਂ ਦਾ ਸ਼ਹਿਰ ਨਹੀਂ ਹੈਗਾ ਆ। ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਨਰਮ ਦਿਲ ਇਨਸਾਨ ਜਿਹੜੇ ਆ ਉਹ ਵੱਸਦੇ ਆ। ਸੋ ਅੱਜ ਆਪਾਂ ਭੈਣ ਦਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਉੱਤੇ। ਥੈਂਕ ਯੂ, ਤੁਹਾਡੇ ਚੈਨਲ ਦਾ, ਜਿੰਦਾਬਾਦ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਮਾਣ ਬਖਸ਼ਿਆ ਜੀ। ਤੇ ਭੈਣ, ਸਭ ਤੋਂ ਪਹਿਲਾਂ ਮੇਰਾ ਸਵਾਲ, ਦੇਖੋ ਗੱਲਾਂ ਤਾਂ ਆਪਾਂ ਪਹਿਲਾਂ ਵੀ ਕਈ ਵਾਰੀ ਕੀਤੀਆਂ ਜੀ, ਕਿਉਂਕਿ ਕਿਸਾਨੀ ਦੀ ਗੱਲ ਆ, ਬਾਰ-ਬਾਰ ਆਪਾਂ ਕਿਸਾਨੀ ਬਾਰੇ ਜਦੋਂ ਤੱਕ ਹੈਗੇ ਆਪਾਂ ਕਿਸਾਨੀ ਬਾਰੇ ਗੱਲ ਕਰਦੇ ਰਹਾਂਗੇ, ਕਿਉਂਕਿ ਕਿਸਾਨ ਜਿਹੜਾ ਦੇਸ਼ ਦਾ ਅੰਨਦਾਤਾ ਆ। ਸੋ ਮੈਂ ਗੱਲ ਕਰੂੰਗਾ ਲਖੀਮਪੁਰ ਖੀਰੀ ਵਿੱਚ ਹੋਈ ਘਟਨਾ ਬਾਰੇ। ਤੁਸੀਂ ਵੀ ਇੱਕ ਸਿਆਸੀ ਸਮਝ ਵੀ ਰੱਖਦੇ ਹੋ, ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਦੇ ਨਾਲ ਜੁੜੇ ਹੋ। ਜੇ ਗੱਲ ਕਰ ਲਈਏ, ਪਹਿਲਾਂ ਨਾਰਮਲ ਲਾਠੀ ਚਾਰਜ ਵਗੈਰਾ ਹੁੰਦੇ ਸੀ, ਫਿਰ ਉਹਦੇ ਬਾਅਦ 'ਚ ਇੱਕ ਅਜਿਹਾ ਦੌਰ ਆਇਆ ਜਦੋਂ ਸੋਨੀਪਤ ਦੇ ਵਿੱਚ ਡਾਂਗਾਂ ਦੇ ਨਾਲ ਕਿਸਾਨ ਦਾ ਸਿਰ ਪਾੜ ਕੇ ਉਹਨੂੰ ਜਿਹੜਾ ਕਤਲ ਕਰ ਦਿੱਤਾ ਗਿਆ। ਉਹਦੇ ਬਾਅਦ ਵਿੱਚ ਫਿਰ ਇੱਕ ਹੋਰ ਇਸ ਤੋਂ ਵੀ ਭੈੜਾ ਜਿਹੜਾ ਸਮਾਂ ਆਇਆ ਲਖੀਮਪੁਰ ਖੀਰੀ ਵਿੱਚ, ਜਿੱਥੇ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੂੰ ਦਰੜਿਆ ਗਿਆ। ਇਹ ਸਾਰੇ ਤੁਸੀਂ ਵਰਤਾਰੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ? ਕਹਿੰਦੇ ਹੁੰਦੇ ਆ ਉਹਦੇ ਲਈ, ਸੱਚੀ ਗੱਲ ਦੱਸਾਂ, ਮੈਂ ਹਜੇ ਤੱਕ ਖੁਦ ਵੀ ਸੈੱਟ ਨਹੀਂ ਹੋਈ ਉਸ ਘਟਨਾ ਨੂੰ। ਮਤਲਬ ਮੇਰੇ ਉਹ ਇੰਨੀ ਜ਼ਿਆਦਾ ਦਿਲ 'ਤੇ ਲੱਗੀ। ਕਹਿੰਦੇ, ਮੈਂ ਇੱਕ ਛੋਟਾ ਜਿਹਾ ਸ਼ੇਅਰ ਮੈਂ ਪੜ੍ਹਿਆ ਸੀਗਾ, ਕਹਿੰਦੇ ਚਾੜ ਕੇ ਨਿਹੱਥੇ ਵੀਰਾਂ ਉੱਤੇ ਗੱਡੀਆਂ, ਹਾਕਮ ਖੁਸ਼ ਤਾਂ ਬਹੁਤ ਹੋਏ ਹੋਣਗੇ, ਪਰ ਮੈਨੂੰ ਇਵੇਂ ਲੱਗਦਾ ਕਿ ਇਹਨਾਂ ਨਾਲੋਂ ਕਿਤੇ ਚੰਗੇ ਅੰਗਰੇਜ਼ ਰਹੇ ਹੋਣਗੇ। ਪਰ ਜਦੋਂ ਜਦੋਂ ਸ਼ਹੀਦਾਂ ਦੇ ਖੂਨ ਧਰਤੀ ਉੱਤੇ ਚੋਣਗੇ ਤਾਂ ਯਾਦ ਰੱਖੀ ਜ਼ਾਲਮ ਸਰਕਾਰੇ, ਸਾਡੀ ਕੌਮ ਵਿੱਚ ਬਾਗੀ ਪੈਦਾ ਹੋਣਗੇ, ਸਾਡੀ ਕੌਮ ਵਿੱਚ ਬਾਗੀ ਪੈਦਾ ਹੋਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਨੂੰ ਐਂ ਲੱਗਦਾ ਇੱਕ ਲੋਕਾਂ ਦੀ ਆਵਾਜ਼ ਬੰਦ ਕਰਨ ਦੇ ਲਈ ਜੋ ਵੀ ਇਹ ਸਰਕਾਰ ਕਰ ਰਹੀ ਹੈ ਨਾ, ਹੁਣ ਉਹਨਾਂ ਨੂੰ ਐਂ ਲੱਗਦਾ ਕਿ ਜਿਵੇਂ ਪਹਿਲਾਂ ਘਟਨਾ ਹੋਈ, ਲੋਕਾਂ ਦੇ ਉੱਤੇ ਵਾਟਰ ਕੈਨਨ ਕੀਤਾ, ਲਾਠੀ ਚਾਰਜ ਕੀਤਾ ਬੈਰੀਗੇਟਿੰਗ ਤੋੜਨ 'ਤੇ, ਹੈ ਨਾ, ਕੋਈ ਗੱਲ ਨਹੀਂ ਸੀ, ਇੰਨਾ ਕੁ ਤਾਂ ਚੱਲਦਾ
ਕਿ ਆਮ ਜਗ੍ਹਾ ਤੇ ਜੇ ਥੋੜਾ ਬਹੁਤਾ ਹਨਾ ਵਾਇਲੈਂਸ ਕ੍ਰੀਏਟ ਹੋਈ ਤਾਂ ਹੁੰਦਾ। ਉਸ ਤੋਂ ਬਾਅਦ ਤੁਸੀਂ ਲਾ ਲਓ ਮੇਰੇ ਵਾਲਾ ਕੇਸ ਹੋਇਆ, ਬੀਜੇਪੀ ਨੇ ਗੁੰਡਾਗਰਦੀ ਕੀਤੀ। ਉਸ ਤੋਂ ਬਾਅਦ ਕਰਨਾਲ ਕੇਸ ਹੋਇਆ। ਕਰਨਾਲ ਜਿਹੜੇ ਬੱਚਿਆਂ ਦੇ ਅੱਜ ਸਿਰ ਪਾਟੇ ਨੇ, ਮੇਰੇ ਖਿਆਲ 'ਚ ਉਹ ਜ਼ਿੰਦਗੀ 'ਚ ਕਿੱਥੇ ਉੱਠਣਗੇ। ਉਸ ਤੋਂ ਬਾਅਦ ਤਾਂ ਫਿਰ ਕਹਿੰਦੇ ਹੁੰਦੇ ਕਰੂਰਤਾ ਵਾਲੀ ਹੱਦਾਂ ਹੀ ਪਾਰ ਕਰਤੀਆਂ ਬੀਜੇਪੀ ਸਰਕਾਰ ਨੇ ਕਿ ਨਿਹੱਥੇ ਵੀਰਾਂ ਦੇ ਉੱਤੇ, ਜਿਹੜੇ ਕਿ ਪ੍ਰੋਟੈਸਟ ਕਰਕੇ ਵਾਪਸ ਜਾ ਰਹੇ ਸੀ, ਕੋਈ ਵਾਇਲੈਂਸ ਕ੍ਰੀਏਟ ਨਹੀਂ ਸੀ, ਉੱਥੇ ਕੋਈ ਪ੍ਰੋਗਰਾਮ ਨਹੀਂ ਸੀ ਹੋਇਆ, ਪ੍ਰੋਗਰਾਮ ਰੱਦ ਹੋ ਗਿਆ ਸੀ। ਪ੍ਰੋਬਲਮ ਇਹ ਆਈ ਕਿ ਉਹਨਾਂ ਦੀ ਈਗੋ ਨੂੰ ਠੇਸ ਪਹੁੰਚ ਗਈ, ਕਿ ਉਹਨਾਂ ਦਾ ਹੰਕਾਰ ਟੁੱਟਿਆ ਵੀ ਸਾਡਾ ਪ੍ਰੋਗਰਾਮ ਰੱਦ ਕਰਾਤਾ। ਇੰਨੀ ਕੁ ਤਾਂ ਤਾਕਤ ਕਿਸਾਨਾਂ ਦੇ ਵਿੱਚ ਹੈਗੀ ਆ ਹੁਣ। ਪਰ ਮੈਂ ਵੀ ਇਹ ਗੱਲ ਮੋਦੀ ਸਾਹਿਬ ਨੂੰ ਕਹਿੰਦੀ ਆ ਕਿ ਮੋਦੀ ਸਾਹਿਬ ਜਿਵੇਂ ਉਹਨੇ ਗੱਡੀਆਂ ਚੜਾਈਆਂ ਨੇ ਨਾ, ਇੱਕ ਗੂੰਗਾ ਬੋਲਾ ਪ੍ਰਧਾਨ ਮੰਤਰੀ ਅਸੀਂ ਕੁਰਸੀ ਤੇ ਬਿਠਾਇਆ ਸੀ, ਠੀਕ ਆ, ਪਰ ਇਹ ਸ਼ੋਭਾ ਨਹੀਂ ਦਿੰਦਾ ਕਿ ਜਾਨ ਲੈਣ ਦੀ ਜਿਹੜੀ ਸਿਰਫ ਤੇ ਸਿਰਫ ਪਰਮਾਤਮਾ ਨੂੰ ਹੀ ਜਿਹੜੀ ਬਖਸ਼ ਹੈ, ਸਾਨੂੰ ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ। ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਹੋਇਆ ਕਿ ਤੁਸੀਂ ਕਿਸੇ ਦੀ ਜਾਨ ਲੈ ਸਕਦੇ ਹੋ? ਸਾਨੂੰ ਪ੍ਰਧਾਨ ਮੰਤਰੀ ਸੰਵਿਧਾਨ ਸਿਖਾਉਂਦਾ ਆਏ ਆ ਜਿਉਂ। ਪਰ ਮੈਨੂੰ ਨਾ ਇੱਕ ਚੀਜ਼ ਜਿਹੜੀ ਹੈ ਕਿ ਲਖੀਮਪੁਰ ਹੋਇਆ ਤੇ ਕੱਲ੍ਹ ਜਿਹੜੀ ਘਟਨਾ ਹੋਈ ਆ, ਉਹ 5 ਸ਼ਹੀਦ ਹੋਏ ਆ ਸਾਡੇ ਵੀਰ। ਕੀ ਗੱਲ, ਕੁਰਬਾਨੀਆਂ ਕਿਸਾਨਾਂ ਦੇ ਪੁੱਤਾਂ ਦੇ ਹੱਕਾਂ 'ਚ ਕੁਰਬਾਨੀਆਂ ਦੇਣੀਆਂ। ਮਤਲਬ ਤੁਸੀਂ ਇਹ ਚੀਜ਼ ਦੇਖੋ ਕਿ 5 ਉੱਥੇ ਸ਼ਹੀਦ ਹੋਏ, 5 ਮਾਵਾਂ ਦੀਆਂ ਕੁੱਖਾਂ ਸਰਹੱਦਾਂ ਦੇ ਉੱਤੇ ਦਿੱਤੀਆਂ ਗਈਆਂ। ਅਬਾਨੀਆਂ ਅਡਾਨੀਆਂ ਦੇ ਬੱਚੇ ਕਿਉਂ ਨਹੀਂ ਆਰਮੀ ਦੇ ਵਿੱਚ ਆਉਂਦੇ? ਮੈਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਅਬਾਨੀ ਅਡਾਨੀ ਨੂੰ ਇਹ ਗੱਲ ਕਹਿੰਦੀ ਆ, ਆਪਦੇ ਪੁੱਤ ਨੂੰ ਤੁਸੀਂ ਜੋਬ ਤਾਂ ਛੱਡੋ, ਤੁਸੀਂ ਆਰਮੀ ਦੀ ਟ੍ਰੇਨਿੰਗ ਕਰਕੇ ਦਿਖਾਓ, ਕਰਾ ਕੇ ਦਿਖਾਓ। ਤੁਸੀਂ ਫੇਰ ਕਹਿੰਦੇ ਆ ਕਿਸਾਨਾਂ ਦੇ ਲਈ ਕਾਲੇ ਕਾਨੂੰਨ ਸਹੀ ਨੇ। ਇੰਨਾ ਕੁਛ ਹਰ ਜਗ੍ਹਾ ਤੁਹਾਨੂੰ ਕਿਸਾਨਾਂ ਦੇ ਪੁੱਤ ਮਿਲਦੇ ਨੇ, ਹੱਦਾਂ ਤੇ ਵੀ ਤੇ ਸਰਹੱਦਾਂ ਤੇ ਵੀ, ਤੇ ਫਿਰ ਏਡੀ ਤਸ਼ੱਦਦ ਕਿਉਂ? ਕਿੰਨੀ ਮੰਦਭਾਗੀ ਘਟਨਾ ਹੈ ਕਿ ਜਿਸ ਦੇਸ਼ ਦਾ ਕਿਸਾਨ ਆ ਉਹ ਸੜਕਾਂ ਉੱਤੇ ਰੋਲ ਰਿਹਾ ਆ, ਉਹ ਦੇਸ਼ ਕਹਿੰਦਾ ਕਿ ਉਹਨੇ ਦੇਸ਼ ਨੇ ਆਰਮੀ ਲਾਈ ਹੋਈ ਆ ਆਪਣੇ ਲੋਕਾਂ ਦੀ ਰੱਖਿਆ ਲਈ। ਅੰਦਰ ਤਾਂ ਉਹ ਆਪਣੇ ਆਪ ਆਪਣੇ ਲੋਕਾਂ ਨੂੰ ਮਾਰ ਰਹੇ ਆ, ਤੇ ਦੂਏ ਪਾਸੇ ਆਪਣੇ ਲੋਕ ਜਿਹੜੇ ਉਹ ਸਰਹੱਦਾਂ ਤੇ ਵੀ ਮਰ ਰਹੇ ਆ ਜੀ। ਉਹੀ ਗੱਲ ਹੈ ਨਾ, ਅਸੀਂ ਤਾਂ ਇਹ ਨਾਅਰਾ ਲਾਉਂਦੇ ਹੁੰਦੇ ਆ ਕਿ ਹੱਦਾਂ ਤੇ ਜੋ ਹੁੰਦੇ ਨੇ ਕਿਸਾਨਾਂ ਦੇ ਹੀ ਮੁੰਡੇ, ਹੱਦਾਂ ਤੇ ਵੀ ਸਾਡੇ ਮੁੰਡੇ ਮਰ ਰਹੇ ਆ, ਤੇ ਜਿਹੜੇ ਕਿਸਾਨ ਨੇ ਉਹ ਤਾਂ ਅਸੀਂ ਤਾਂ ਹੈਗੇ ਹੀ ਆ, ਅਸੀਂ ਤਾਂ ਮਾਰ ਹੀ ਰਹੇ ਹਾਂ। ਪਰ ਵੈਸੇ ਨਾ ਮਤਲਬ ਕਈ ਵਾਰੀ ਇਹ ਚੀਜ਼ ਹੁੰਦੀ ਆ ਕਿ ਜਿੱਦ ਕਿਸ ਚੀਜ਼ ਦੀ ਹੈ ਸਰਕਾਰ ਦੀ? ਇੱਕ ਜਿੱਦ ਹੋ ਗਈ ਈਗੋ ਨੂੰ, ਜੇ ਸਾਡੇ ਵੀ ਕਾਲੇ ਕਾਨੂੰਨ ਰੱਦ ਕਰਾਂਗੇ ਤਾਂ ਸਾਡੀ ਈਗੋ ਨੂੰ ਠੇਸ ਪਹੁੰਚਦੀ ਆ। ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ, ਈਗੋ ਤੇ ਹੰਕਾਰ ਛੱਡੋ, ਇੱਕ ਤੁਸੀਂ ਆਪਦੀ ਦੇਸ਼ ਦੀ ਜਨਤਾ ਦੇਖੋ। ਕਹਿੰਦੇ ਹੁੰਦੇ ਆ ਨਾ, ਜਨਤਾ ਪਹਿਲਾ। ਜਿਹੜਾ ਰਾਜਾ ਹੁੰਦਾ ਨਾ ਉਹ ਪਿਓ ਹੁੰਦਾ। ਅੱਜ ਜਿਹੜਾ ਮੋਦੀ ਸੀ ਉਹ ਸਾਡਾ ਮਤਲਬ ਪਿਓਆਂ ਦੀ ਥਾਂ ਤੇ ਹੁੰਦਾ ਸੀ, ਪਰ ਉਹ ਤਾਂ ਪਿਓ ਕਹਿਲਾਉਣ ਦੇ ਲਾਇਕ ਹੀ ਨਹੀਂ ਹੈਗਾ ਵੈਸੇ, ਪਰ ਵੀ ਉਹ ਰਾਜਾ ਬਣਾਇਆ ਸੀ ਅਸੀਂ। ਜਦੋਂ ਉਹਨੂੰ ਆਪਦੀ ਪ੍ਰਜਾ ਦਾ ਹੀ ਨਹੀਂ ਫਿਕਰ, ਫਿਰ ਉਹ ਰਾਜਾ ਕਾਹਦਾ? ਔਰ ਸਰਹੱਦਾਂ ਦੇ ਉੱਤੇ ਵੀ ਇਹ ਸਰਕਾਰਾਂ ਕਰਕੇ ਸਾਡੇ ਵੀਰ ਮਰ ਰਹੇ ਨੇ। ਲੜਾਈਆਂ ਕਿਹਦੀਆਂ ਨੇ? ਮੇਰੀ ਲੜਾਈ ਪਾਕਿਸਤਾਨ ਨਾਲ ਜਾਂ ਮੇਰੀ ਲੜਾਈ ਕਸ਼ਮੀਰ ਵਾਲਿਆਂ ਨਾਲ? ਸਾਡੀ ਆਪਸੀ ਕੀ ਲੜਾਈ ਆ? ਸਰਕਾਰਾਂ ਦੀਆਂ ਲੜਾਈਆਂ ਨੇ ਆਪਸ ਦੇ ਵਿੱਚ। ਮਰ ਕੌਣ ਰਿਹਾ? ਅਸੀਂ ਆਮ ਲੋਕ। ਕੀ ਕਸ਼ਮੀਰ ਦੇ ਵਿੱਚ ਵੀ ਕੀ ਲੋਕਾਂ ਦੇ ਹਾਲਾਤ ਨੇ? ਰੋ ਰਹੇ ਨੇ ਲੋਕ, ਮਰ ਰਹੇ ਨੇ ਲੋਕ। ਉਹ ਕੌਣ ਆ? ਆਮ ਲੋਕ। ਇਹਨਾਂ ਦਾ ਕੋਈ ਮਰਦਾ? ਇਹ ਜਾਂਦੇ ਹੀ ਨਹੀਂ। ਕਿਹੜੇ ਰਾਜਨੇਤਾ ਦਾ ਮੁੰਡਾ ਆਰਮੀ ਦੇ ਵਿੱਚ ਸਿਪਾਹੀ ਆ? ਕਿਹਦਾ ਮੁੰਡਾ ਸ਼ਹੀਦ ਹੋਇਆ ਕਦੀ? ਸਾਡੇ ਕਿਸਾਨਾਂ ਦੇ ਬੱਚੇ ਸ਼ਹੀਦ ਹੋ ਰਹੇ ਨੇ ਹਰ ਜਗ੍ਹਾ। ਬੜੀ ਮਤਲਬ ਰਾਤ ਦਾ ਵੀ ਇੰਨਾ ਮਨ ਦੁਖੀ ਹੋਇਆ ਕਿ ਇੱਕ ਕੁੜੀ ਦੇ ਵਿਆਹ ਨੂੰ 9 ਮਹੀਨੇ ਹੋਏ ਆ। ਇੱਕ ਜਿਹੜਾ ਗੁਰਦਾਸਪੁਰ ਮੁੰਡਾ ਸ਼ਹੀਦ ਹੋਇਆ, ਉਹਦਾ ਬੱਚਾ ਅੱਜ 1.25 ਮਹੀਨੇ ਦਾ ਹੋਇਆ। ਉਹ ਪਿਓ ਨੂੰ ਭਾਲੂਗਾ ਕਿੱਥੇ? ਉਹ ਜਵਾਨ ਹੋਊਗਾ, ਉਹ ਔਰਤ ਕਿਵੇਂ ਜ਼ਿੰਦਗੀ ਕੱਢੂਗੀ? ਲਖੀਮਪੁਰ ਦੇ ਵਿੱਚ 2 ਭੈਣਾਂ ਦਾ ਇਕੱਲਾ ਭਰਾ ਚਲੇ ਗਿਆ। ਭੈਣਾਂ ਵਿਆਹ ਕੇ ਆਪਦੇ ਘਰੇ ਚਲੇ ਜਾਣਗੀਆਂ ਤੇ ਉਹ ਮਾਂ ਪਿਓ ਕੀ ਕਰੂਗਾ? 45 ਲੱਖ ਦੇਣ ਦੇ ਨਾਲ ਕਿਸੇ ਮਾਵਾਂ ਦੀਆਂ ਕੁੱਖਾਂ ਭਰ ਜਾਣਗੀਆਂ? 45 ਲੱਖ ਕਿੰਨਾ ਚਿਰ ਚੱਲੂਗਾ? ਉਹਨਾਂ ਦੀ ਭੈਣ ਦਾ ਬਿਆਨ ਸੁਣ ਕੇ ਮੈਂ ਬਿਲਕੁਲ, ਉਹਦੀ ਭੈਣ ਜਿਹੜੀ ਉਹ ਵੀਰ ਜੀ ਦੇ ਜਿਹੜੀ ਡੈਥ ਹੋਈ ਹੈ, ਤੇ ਉਹਨਾਂ ਦੀ ਭੈਣ ਨੇ ਇਹ ਗੱਲ ਕਹੀ ਆ ਕਿ ਮੈਂ 45 ਲੱਖ ਦਿੰਨੀ ਆ, ਮੇਰਾ ਭਰਾ ਲਿਆ ਦਿਓ। ਬਿਲਕੁਲ ਸਹੀ ਗੱਲ ਕਹੀ ਉਹਨੇ। ਇੰਚ ਇੰਚ ਕਰਕੇ ਮਾਵਾਂ ਪੁੱਤਾਂ ਨੂੰ ਵਧਾਉਂਦੀਆਂ ਨੇ। ਕਹਿੰਦੇ ਹੁੰਦੇ ਆ ਨਾ, ਇੰਚ ਇੰਚ ਕਰਕੇ ਖੇਤੀ ਵੱਧਦੀ ਆ। ਬੱਚੇ ਪਾਲਣੇ ਬਹੁਤ ਔਖੇ ਆ, ਤੇ ਜਾਨ ਕਿਵੇਂ ਲੈ ਲਈ? 1 ਸੈਕਿੰਡ 'ਚ। ਉਸ ਮਾਂ ਨੂੰ 19 ਸਾਲ ਲੱਗ ਗਏ ਇੰਚ ਇੰਚ ਵੱਧਦਾ ਦੇਖਣਾ ਆਪਦੇ ਪੁੱਤ ਨੂੰ, ਤੇ ਉਹਦੀ ਜਾਨ ਕਿਵੇਂ ਗਈ? 1 ਮਿੰਟ 'ਚ। ਔਰ ਇੱਕ ਗੁੰਡਿਆਂ ਨੇ ਜਾਨ ਲੈ ਲਈ, ਬੀਜੇਪੀ ਦੇ ਗੁੰਡਿਆਂ ਨੇ।
ਇਹਨੂੰ ਫਿਰ ਕੀ ਹੁਣ ਇੱਕ ਹੱਦ ਕਹਿ ਸਕਦੇ ਜ਼ੁਲਮ ਦੀ, ਕਿਉਂਕਿ ਜੇ ਗੱਲ ਕਰ ਲਈਏ ਕਿ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਤੇ ਵਾਪਰ ਸਕਦੀਆਂ ਆ, ਸਰਕਾਰ ਨੇ ਤਾਂ ਚਲੋ ਬਿਲਕੁਲ ਕਹਿ ਸਕਦੇ ਆ ਕਿ ਇੱਕ ਸ਼ਰਮ ਹੀ ਲਾ ਲਈ ਹੈ, ਕਿਉਂਕਿ ਉੱਥੇ ਦੀ ਜਿਹੜੀ ਜੇ ਗੱਲ ਕਰ ਲਈਏ ਨੈਸ਼ਨਲ ਮੀਡੀਆ ਤੋਂ ਮੈਂ ਵਿੱਚ ਥੋੜਾ ਇਨਕਲੂਡ ਕਰਨਾ ਚਾਹੂੰਗਾ, ਉਹ ਤਾਂ ਬਿਲਕੁਲ ਉਲਟੀ ਦਿਖਾਈ ਜਾਂਦਾ ਆ। ਉਹ ਜੇ ਮੰਨ ਲਓ ਜੇ ਉੱਥੇ ਥੋੜਾ ਬਹੁਤਾ ਫੈਸਲਾ 45 ਲੱਖ ਰੁਪਏ ਦੇ ਵਿੱਚ ਹੋ ਵੀ ਰਿਹਾ ਆ, ਤੇ ਉਹ ਕਹਿ ਰਹੇ ਕਿ ਤੇ ਰਕੇਸ਼ ਟਕੈਤ ਨੇ ਹੈਲਪ ਕੀਤੀ ਸਰਕਾਰ ਦੀ ਜੀ, ਤੋ ਇਸ ਤਰ੍ਹਾਂ ਨੈਸ਼ਨਲ ਮੀਡੀਆ ਤੱਕ ਇੰਨਾ ਤੱਕ ਕਹਿ ਰਿਹਾ ਜੀ। ਦੇਖੋ ਉਹ ਸੰਯੁਕਤ ਮੋਰਚੇ ਨੂੰ ਫਾੜਨਾ ਚਾਹੁੰਦੇ ਆ, ਇਦਾਂ ਦਾ ਕੁਝ ਕਹਿ ਕੇ ਕਿ ਰਕੇਸ਼ ਟਕੈਤ ਨੇ ਹੈਲਪ ਕੀਤੀ ਆ ਜਾਂ ਇਦਾਂ ਦਾ। ਦੇਖੋ ਯੂਪੀ ਦਾ ਮਾਮਲਾ ਸੀ ਤੇ ਰਕੇਸ਼ ਟਕੈਤ ਜੀ ਜਿਹੜੀ ਉਹ ਯੂਪੀ ਦੇ ਕਿਸਾਨ ਨੇਤਾ ਨੇ। ਜੇ ਕੋਈ ਗੱਲਬਾਤ ਹੋਊਗੀ, ਜਿਵੇਂ ਹੁਣ ਹਰਿਆਣਾ ਦੇ ਵਿੱਚ ਗੱਲਬਾਤ ਹੁੰਦੀ ਆ ਸੰਯੁਕਤ ਮੋਰਚੇ ਦੀ, ਤਾਂ ਆਗੂ ਗੁਰਨਾਮ ਸਿੰਘ ਝੜੂਨੀ ਆ। ਪੰਜਾਬ ਦੇ ਵਿੱਚ ਜਿਵੇਂ ਰਾਜੋਵਾਲ ਸਾਹਿਬ ਸੀਨੀਅਰ ਨੇ, ਡੱਲੇਵਾਲ ਸਾਹਿਬ ਸੀਨੀਅਰ ਨੇ, ਹਨਾ। ਤੇ ਜਿਹੜੀ ਹੁਣ ਸਰਕਾਰ ਨਾਲ ਗੱਲਬਾਤ ਕਰਨੀ ਸੀ ਉਹ ਟਕੈਤ ਸਾਹਿਬ ਨੇ ਕਰਨੀ ਸੀਗੀ, ਹਨਾ। ਚਲੋ ਉਹਨਾਂ ਨੇ ਜੋ ਵੀ ਫੈਸਲਾ ਉਹਨਾਂ ਨਾਲ ਕੀਤਾ, ਜੋ ਵੀ ਉਹਨਾਂ ਦਾ ਸਮਝੌਤਾ ਹੋਇਆ, ਠੀਕ ਆ। ਪਰ ਮੈਂ ਵੀ ਇਸ ਚੀਜ਼ ਦੇ ਉੱਤੋਂ ਖਫਾ ਕਿ 45 ਲੱਖ ਦੇ ਨਾਲ ਕਿਸੇ ਦੀਆਂ ਕੁੱਖਾਂ ਨਹੀਂ ਭਰੀਆਂ ਜਾ ਸਕਦੀਆਂ। ਮੈਂ ਕਹਿੰਦੀ ਹਾਂ ਕਿ ਉਹ ਬੰਦਿਆਂ ਨੂੰ, ਜਿਵੇਂ ਮੋਨੂ ਮਿਸ਼ਰਾ ਜੀ ਨੂੰ ਫੜਿਆ ਗਿਆ, ਫਾਂਸੀ ਹੋਵੇ ਉਹਨਾਂ ਨੂੰ, ਉਹਦੇ ਪਿਓ ਨੂੰ ਅਸਤੀਫਾ ਦੇਣਾ ਚਾਹੀਦਾ, ਬਹੁਤ ਜਲਦੀ ਅਸਤੀਫਾ। ਉਹਨਾਂ ਤੋਂ ਸਾਨੂੰ ਅਸਤੀਫਾ ਮੰਗਣ ਦੀ ਜ਼ਰੂਰਤ ਨਹੀਂ ਸੀ, ਉਹਨਾਂ ਨੂੰ ਅਸਤੀਫਾ ਆਪਦੀ ਆਪ ਦੇ ਦੇਣਾ ਚਾਹੀਦਾ ਸੀ। ਕਿਉਂ ਨਹੀਂ ਦੇ ਰਹੇ? ਕਿਉਂਕਿ ਮੋਦੀ ਦੇ ਇਸ਼ਾਰੇ ਤੇ ਹੋ ਰਿਹਾ ਸਭ ਕੁਝ। ਜਿਹੜੀਆਂ ਗੱਡੀਆਂ ਚੜਾਈਆਂ ਗਈਆਂ ਨੇ ਨਾ ਕਿਸਾਨਾਂ ਦੇ ਉੱਤੇ, ਮੋਨੂ ਮਿਸ਼ਰਾ ਜਾਂ ਉਹਨਾਂ ਨੇ ਆਪਦੀ ਮਰਜ਼ੀ ਨਾਲ ਨਹੀਂ ਚੜਾਈਆਂ, ਉਹ ਅਮਿਤ ਸ਼ਾਹ ਤੇ ਮੋਦੀ ਦੇ ਕਹੇ ਤੇ ਹੋਇਆ। ਸਾਰਾ ਇੱਕ ਪਲਾਨ ਦਾ ਹਿੱਸਾ ਸੀ। ਬਿਲਕੁਲ। ਜਿਹੜਾ ਕਰਨਾਲ ਲਾਠੀ ਚਾਰਜ ਹੋਇਆ ਉਹ ਵੀ ਇੱਕ ਪਲਾਨ ਦਾ ਹਿੱਸਾ ਸੀ। ਮੈਂ ਕਹਿੰਦੀ ਈਵਨ ਕਿ ਮੈਨੂੰ ਜਿਹੜਾ ਬੀਜੇਪੀ ਵਾਲਿਆਂ ਨੇ ਘੇਰਿਆ ਉਹ ਵੀ ਅਨੁਰਾਗ ਠਾਕੁਰ ਦਾ ਇਹੀ ਸੀਗਾ ਕਿ ਅੱਜ ਜੇ ਕਿਸੇ ਨੇ ਵਿਰੋਧ ਕੀਤਾ ਤਾਂ ਤੁਸੀਂ ਉਹਨੂੰ ਘੇਰਨਾ। ਇਹ ਸਭ ਬੀਜੇਪੀ ਦੀਆਂ ਚਾਲਾਂ ਨੇ, ਕਿਉਂਕਿ ਇਹ ਤਾਂ ਸ਼ੁਰੂ ਤੋਂ ਹੀ ਪਤਾ ਕਿ ਇਹ ਗੁੰਡਾ ਰਾਜ ਆ, ਬੀਜੇਪੀ ਦਾ ਸਭ ਨੂੰ ਪਤਾ। ਪਰ ਮੈਂ ਇੱਕ ਗੱਲ ਜ਼ਰੂਰ ਲੋਕਾਂ ਨੂੰ ਕਹੂੰਗੀ ਆਉਣ ਵਾਲੇ ਟਾਈਮ ਦੇ ਲਈ, ਅਸੀਂ ਕੋਈ ਲੀਡਰ ਨਹੀਂ, ਮੈਂ ਕੋਈ ਮਤਲਬ ਇਹ ਨਹੀਂ ਹੈਗਾ ਕਿ ਮੈਂ ਕਹਾਂ, ਪਰ ਮੈਂ ਇੱਕ ਹੱਥ ਬੰਨ੍ਹ ਕੇ ਬੇਨਤੀ ਕਰ ਸਕਦੀ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵੀ ਤੁਸੀਂ ਕਿਤੇ ਵੋਟ ਇਲੈਕਟ ਕਰਨ ਜਾਓ, ਭਾਵੇਂ ਉਹ ਪੰਜਾਬ ਆ, ਭਾਵੇਂ ਉਹ ਯੂਪੀ ਆ, ਭਾਵੇਂ ਉਹ ਚੰਡੀਗੜ੍ਹ ਆ, ਇੱਕ ਵਾਰੀ ਉਹਨਾਂ ਮਾਵਾਂ ਦੀਆਂ ਜਿਹੜੀਆਂ ਅੱਖਾਂ 'ਚੋਂ ਹੱਥਰੂ ਡਿੱਗੇ ਨੇ ਨਾ, ਤੇ ਜਿਹੜੀਆਂ ਉਹ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋਈਆਂ ਨੇ, ਉਹਨੂੰ ਯਾਦ ਜ਼ਰੂਰ ਕਰਿਓ। ਇਨਸਾਨੀਅਤ ਨਾਤੇ ਦਾ ਜ਼ਰੂਰ ਇੱਕ ਵਾਰੀ ਉਹਦੇ ਬਾਰੇ ਸੋਚਣਾ ਚਾਹੀਦਾ, ਜ਼ਰੂਰ ਸੋਚਿਓ। ਕਿਉਂਕਿ ਜੇ ਅੱਜ ਉਹਨਾਂ ਦੇ ਪੁੱਤ ਸ਼ਹੀਦ ਹੋਏ ਨਾ, ਕੱਲ ਨੂੰ ਮੇਰੇ ਪੁੱਤ ਦੀ ਜਾਂ ਮੇਰੀ ਵੀ ਵਾਰੀ ਆ ਸਕਦੀ ਹੈ। ਇੱਥੇ ਹੁਣ ਚੰਡੀਗੜ੍ਹ ਦੇ ਵਿੱਚ ਹਾਦਸਾ ਹੋਇਆ ਸਾਡੇ, ਮੈਂ ਉਦੋਂ ਚੰਡੀਗੜ੍ਹ ਦੇ ਵਿੱਚ ਨਹੀਂ ਸੀਗੀ, ਕਿਰਪਾਲ ਵੀਰ ਜੀ ਆ, ਤੁਸੀਂ ਸ਼ਾਇਦ ਤੁਹਾਨੂੰ ਪਤਾ ਲੱਗਿਆ ਹੋਊਗਾ। ਮਤਲਬ ਹੈ ਤਾਂ ਉਹ ਗੁੰਡਾਗਰਦੀ ਹੈ ਨਾ, ਕਿ ਵੀਰ ਜੀ ਨੇ ਝੰਡਾ ਦਿਖਾਇਆ ਰਾਜਪਾਲ ਨੂੰ, ਝੰਡਾ ਦਿਖਾਉਣਾ ਸਾਡਾ ਰਾਈਟ ਆ। ਉਹ ਪੁਲਿਸ ਵਾਲੇ ਦੀ ਇੱਗੋ ਠੇਸ ਹੋਈ ਕਿ ਹਾਂ ਤੂੰ ਮੇਰੇ ਏਰੀਏ 'ਚ ਝੰਡਾ ਕਿਵੇਂ ਦਿਖਾਤਾ। ਉਹਨਾਂ ਨੇ ਵੀਰ ਜੀ ਦੇ ਇੱਥੇ ਗਲ ਦੇ ਉੱਤੇ ਡਾਂਗ ਰੱਖੀ, ਈਵਨ ਕਿ ਮਾਰਨ ਦੀ ਕੋਸ਼ਿਸ਼ ਕੀਤੀ, ਫਿਰ ਉਹਨਾਂ ਦੇ ਢਿੱਡ ਦੇ ਵਿੱਚ ਮਤਲਬ ਜਿਹੜੇ ਆ ਡੰਡੇ ਮਾਰੇ ਆ। ਕਿਉਂ? ਕਿਉਂਕਿ ਈਗੋ ਨੂੰ ਠੇਸ ਪਹੁੰਚੀ। ਠੀਕ ਆ, ਇਹ ਗੁੰਡਾ ਰਾਜ ਨਹੀਂ ਤਾਂ ਹੋਰ ਕੀ ਆ। ਜੇ ਇੱਕ ਇਨਸਾਨ ਨੇ ਕਾਲਾ ਝੰਡਾ ਦਿਖਾਤਾ ਤਾਂ ਫਿਰ ਉਹਦੀ ਸਜ਼ਾ ਇਹ ਦਿਓਗੇ ਕਿ ਤੁਸੀਂ ਉਹਦਾ ਗਲ ਘੁੱਟ ਦਿਓਗੇ, ਜਾਂ ਤੁਸੀਂ ਉਹਨੂੰ ਮਾਰ ਦਿਓਗੇ, ਜਾਂ ਤੁਸੀਂ ਮਤਲਬ ਇਦਾਂ ਦਾ ਕੁਝ ਕਰੋਗੇ। ਜੇ ਕਾਲਾ, ਮੈਂ ਵੀ ਤਾਂ ਕਾਲਾ ਝੰਡਾ ਦਿਖਾਇਆ ਸੀ। ਅਸੀਂ ਜਿਵੇਂ ਸਾਨੂੰ ਸੰਯੁਕਤ ਮੋਰਚੇ ਦੀ ਕਾਲ, ਅਸੀਂ ਕਾਲਾ ਝੰਡਾ ਦਿਖਾਉਂਦੇ ਹਾਂ। ਕਾਲੇ ਝੰਡੇ ਨਾਲ ਅਸੀਂ ਕਿਸੇ ਨੂੰ ਕੀ ਕਰ ਦਾਂਗੇ? ਪਰ ਜਿੱਥੇ ਜ਼ਿੰਦਗੀ ਮੌਤ ਦਾ ਸਵਾਲ ਆ ਜਾਂਦਾ ਆ, ਹਨਾ, ਕਿਉਂਕਿ ਮਰਨ ਮਰਾਉਣ ਤੱਕ ਸਰਕਾਰ ਆਈ ਹੋਈ ਹੈ, ਕੀ ਲੱਗਦਾ ਕਿ ਇਹਨੂੰ ਕਰੜੇ ਹੱਥੀਂ ਹੁਣ ਇਸ ਚੀਜ਼ ਨੂੰ ਲੈਣਾ ਚਾਹੀਦਾ ਹੈ ਜੀ? ਬਿਲਕੁਲ ਲੈਣਾ ਚਾਹੀਦਾ। ਮੈਂ ਤਾਂ ਸੰਯੁਕਤ ਮੋਰਚੇ ਨੂੰ ਇਹ ਗੱਲ, ਮਤਲਬ ਦੇਖੋ ਸਾਨੂੰ ਵੀ 1 ਸਾਲ ਹੋ ਗਿਆ, ਅਸੀਂ ਸੰਯੁਕਤ ਮੋਰਚੇ ਨੂੰ ਇਹ ਗੱਲ ਕਹਿਣ ਦੇ ਹੱਕਦਾਰ ਹਾਂ, ਕਿਉਂਕਿ ਅਸੀਂ ਵੀ ਉਸ ਚੀਜ਼ ਦਾ ਹਿੱਸਾ। ਤੇ ਮੈਂ ਇਹ ਗੱਲ ਕਹਿੰਦੀ ਹਾਂ ਕਿ ਸੰਯੁਕਤ ਮੋਰਚੇ ਨੂੰ ਕੋਈ ਸਖਤ ਡਿਸੀਜ਼ਨ ਲੈਣਾ ਚਾਹੀਦਾ, ਕਿਉਂਕਿ ਹੋਰ ਕਿੰਨਾ ਚਿਰ, ਹੋਰ ਕਿੰਨਾ ਚਿਰ, ਹੋਰ ਕਿੰਨਾ ਚਿਰ, ਕਿੰਨਾ ਚਿਰ ਮਾਵਾਂ ਦੇ ਪੁੱਤ ਮਰਾਏ ਜਾਣਗੇ, ਕਿੰਨਾ ਚਿਰ ਕਿਸੇ ਦੇ ਸਿਰ ਪੜਵਾਏ ਜਾਣਗੇ, ਕਿੰਨਾ ਚਿਰ ਅਸੀਂ ਆਪਦੀਆਂ ਚੁੰਨੀਆਂ ਸਿਰਾਂ ਤੋਂ ਲਵਾਵਾਂਗੇ, ਕਿੰਨਾ ਚਿਰ ਇਹ ਲੋਕ ਸਾਡੀਆਂ ਇੱਜ਼ਤਾਂ ਨੂੰ ਹੱਥ ਪਾਉਣਗੇ। ਕਿਉਂਕਿ ਕਹਿੰਦੇ ਹੁੰਦੇ ਆ ਹੱਦ ਹੁੰਦੀ ਹੈ ਸਬਰ ਦੀ। ਜੇ ਸਾਡਾ ਮੁਕਾਬਲਾ ਜ਼ਬਰ ਦਾ ਸਬਰ ਨਾਲ ਹੈ ਨਾ, ਤਾਂ ਸਬਰ ਦੀ ਵੀ ਇੱਕ ਲਿਮਟ ਹੁੰਦੀ ਆ। ਕਿਉਂਕਿ ਇਹਦੇ ਉੱਤੇ ਹੁਣ ਹੋਰ ਕੁਝ ਨਹੀਂ ਕਰ ਸਕਦੀ ਇਹ ਸਰਕਾਰ। ਮੈਂ ਇੱਕ ਗੱਲ ਕਰਨਾ ਚਾਹਣਾ, ਕਿਉਂਕਿ ਵਿੱਚ ਸਾਡੇ ਚੈਨਲ ਦੇ ਖੁਦ ਉੱਤੇ ਜਾ ਕੇ ਸਰਵੇ ਕਰਕੇ ਆਏ ਯੂਪੀ ਦੇ ਵਿੱਚ, ਉਹਨਾਂ ਲੋਕਾਂ ਵਿੱਚ ਤਾਂ ਇੰਨਾ ਜ਼ਿਆਦਾ ਡਰ ਆ ਨਾ। ਮੈਂ ਗੱਲ ਕਰਨਾ ਚਾਹੂੰਗਾ ਪੱਤਰਕਾਰ ਜਿਹੜਾ ਉੱਥੇ ਰਮਨ ਕਸ਼ਪ ਜੀ ਦੀ ਡੈਥ ਹੋਈ ਆ ਇਸ ਹਾਦਸੇ ਦੇ ਵਿੱਚ, ਹੈ ਨਾ, ਉਹਨਾਂ ਦਾ ਵੀ ਨਾਂ ਦਾ ਕਹਿੰਦੇ ਗੋਲੀ ਤੱਕ ਉਹਨਾਂ ਦੇ ਮਾਰੀ ਗਈ, ਹੈ ਨਾ, ਉਹਨਾਂ ਦਾ ਨਾਮ ਮਾਰਿਆ। ਉਹਨਾਂ ਦੇ ਕਹਿੰਦੇ ਘਰ ਦੇ ਵੀ ਉਹ ਮਤਲਬ ਆਸ਼ੀਸ਼ ਮਿਸ਼ਰਾ ਟੈਣੀ ਦੇ ਖਿਲਾਫ ਜਿਹੜਾ ਆ ਉਹ ਚੰਗੀ ਤਰ੍ਹਾਂ ਨਹੀਂ ਬੋਲ ਪਾ ਰਹੇ। ਉੱਥੇ ਲੋਕ ਸਹਿਮੇ ਹੋਏ ਆ, ਡਰੇ ਹੋਏ ਆ। ਕੀ ਇਹ ਬਦਮਾਸ਼ੀ ਦਾ ਪਹਿਲਾਂ ਜੋਗੀ ਰਾਜ ਨੂੰ ਨਹੀਂ ਪਤਾ ਸੀ? ਜਿਹੜਾ ਜੋਗੀ ਜਿਹੜਾ ਉਹ ਕਹਿੰਦਾ ਰਾਮ ਰਾਜ ਇੱਥੇ ਮੈਂ ਸਥਾਪਿਤ ਕਰਨਾ, ਕੀ ਉਹਨੂੰ ਇਸ ਬਦਮਾਸ਼ੀ ਦਾ ਪਹਿਲਾਂ ਨਹੀਂ ਪਤਾ ਸੀਗਾ ਜੀ?
ਕਿਵੇਂ ਹੋ ਸਕਦਾ ਕਿ ਪੁੱਤ ਗਲਤ ਕੰਮ ਕਰਨ ਚੱਲਿਆ ਤੇ ਪਿਓ ਨੂੰ ਪਤਾ ਨਾ ਹੋਵੇ। ਯੋਗੀ ਨੂੰ ਸਭ ਪਤਾ ਸੀ, ਯੋਗੀ ਦੇ ਇਸ਼ਾਰੇ ਤੇ ਹੋਇਆ, ਮੋਦੀ ਦੇ ਕਹਿਣ ਤੇ, ਯੋਗੀ ਦੇ ਇਸ਼ਾਰੇ ਤੇ, ਸਭ ਦੇ ਇਹ ਰਲੇ ਮਿਲੇ ਹੋਏ ਆ। ਹੈ ਹੀ ਗੁੰਡੇ ਆ ਇਹ। ਅਗਰ ਇਹ ਗੁੰਡੇ ਨਹੀਂ ਤਾਂ ਫਿਰ ਯੂਪੀ 'ਚ ਯੋਗੀ ਗੁੰਡਾਗਰਦੀ ਬੰਦ ਕਰ ਦਿੰਦਾ। ਲੋਕ ਸਹਿਮੇ ਤਾਂ ਹੋਏ ਨੇ। ਵੈਸੇ ਮੈਂ ਕਹਿੰਦੀ ਹਾਂ ਕਿ ਆਵਾਜ਼ ਕਿਸੇ ਨੂੰ ਚੱਕਣੀ ਪਊਗੀ। ਡਰਨਾ ਨਹੀਂ ਚਾਹੀਦਾ ਸਾਨੂੰ ਕਦੀ ਕਿਸੇ ਤੋਂ। ਅਸੀਂ ਡਰੀਏ ਕਿਉਂ? ਅਸੀਂ ਇਹਨਾਂ ਤੋਂ ਲੈ ਕੇ ਖਾਂਦੇ ਹਾਂ। ਜੇ ਇਹਨਾਂ ਦੀਆਂ ਗੁੰਡਾਗਰਦੀ ਦੀਆਂ, ਅੱਜ ਵੀ ਇੱਕ ਮੇਰੀ ਅੰਕਲ ਨਾਲ ਗੱਲ ਹੋ ਰਹੀ ਸੀ, ਉਹ ਯੂਪੀ ਦੇ ਆ। ਮੈਂ ਕਿਹਾ ਵੀ ਕਹਿੰਦੇ ਗੁੰਡਾਗਰਦੀ ਬਹੁਤ ਆ। ਮੈਂ ਕਿਹਾ ਗੁੰਡਾਗਰਦੀ ਕਿਉਂ ਆ? ਅਸੀਂ ਕਰਨ ਦਿੱਤੀ ਤਾਂ ਗੁੰਡਾਗਰਦੀ ਹੋਈ ਹੈ ਨਾ। ਜੇ ਅਸੀਂ ਆਵਾਜ਼ ਨਹੀਂ ਚੱਕੀ ਤਾਂ ਗੁੰਡਾਗਰਦੀ ਹੋਈ। ਮੰਨ ਲਓ ਜਿੰਨੇ ਲੋਕਾਂ ਨੂੰ ਆਵਾਜ਼ ਚੱਕੋ, ਕਿੰਨਿਆਂ ਕੁ ਨੂੰ ਮਾਰ ਦੇਣਗੇ? ਸਾਨੂੰ ਆਵਾਜ਼ ਚੱਕਣੀ ਚਾਹੀਦੀ ਆ। ਕਦੀ ਵੀ ਇੱਦਾਂ ਦੀਆਂ ਜਗ੍ਹਾ ਦੇ ਉੱਤੇ ਕਿ ਹਾਂ ਮਰ ਗਿਆ ਤੇ ਮਰ ਗਿਆ ਨਹੀਂ। ਉਹ ਵੀ ਕਿਸੇ ਦੇ ਘਰ ਉੱਜੜੇ ਨੇ, ਉਹ ਵੀ ਕਿਸੇ ਦੀਆਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋਈਆਂ ਨੇ। ਕਿਉਂਕਿ ਮਰ ਕੋਈ ਵੀ ਸਕਦਾ, ਇਹੋ ਜਿਹੀ ਗੱਲ ਨਹੀਂ। ਪਰ ਮਤਲਬ ਬੋਲੋ ਸਰਕਾਰ ਦੇ ਖਿਲਾਫ। ਪਰ ਜਿੱਥੇ ਜੇ ਕਹਿ ਦਈਏ ਕਿ ਜੇ ਸਰਕਾਰ ਕਹਿੰਦੀ ਵੀ ਸਾਡੀ ਇੱਜ਼ਤ ਨੂੰ ਠੇਸ ਪਹੁੰਚਦੀ ਆ, ਕਿਸਾਨ ਸਾਡਾ ਵਿਰੋਧ ਪ੍ਰਦਰਸ਼ਨ ਕਰਦੇ ਆ, ਫਿਰ ਇੱਜ਼ਤ ਤਾਂ ਕਿਸਾਨਾਂ ਦੀ ਵੀ ਹੈਗੀ ਹੈ ਜੀ। ਨਹੀਂ, ਸਾਡੀ ਕੋਈ ਇੱਜ਼ਤ ਨਹੀਂ। ਅਸੀਂ ਬੇਇੱਜ਼ਤੀ ਹਾਂ ਜਿਹੜੇ ਸੜਕਾਂ ਤੇ ਬੈਠੇ ਆ। ਅਸੀਂ ਆਪਦੇ ਖੇਤਾਂ ਦੇ ਰਾਜੇ ਆ। ਅੱਜ ਜਿਹੜੇ ਸਾਡੇ ਉੱਥੇ ਪਿਓ ਬੈਠੇ ਨੇ ਨਾ, ਆਪਦੇ ਘਰਾਂ ਦੇ ਵਿੱਚ ਰਾਜੇ ਸੀ ਤੇ ਅੱਜ ਇਹਨੇ ਲਿਆ ਕੇ ਸੜਕਾਂ ਤੇ ਬਿਠਾਤਾ। ਵਧੀਆ ਸੀਗੇ ਸਾਡੇ ਪਿਓ, ਨਹਾ ਧੋ ਕੇ ਵਧੀਆ ਤਖਤ ਪੋਸ਼ਾਂ 'ਤੇ ਬਹਿੰਦੇ ਸੀ, ਵਧੀਆ ਆਪਦਾ ਖੇਤਾਂ ਦੇ ਵਿੱਚ ਜਾਂਦੇ ਸੀ। ਤੇ ਅੱਜ ਉਹ ਸਾਡੇ ਭਰਾ ਭੈਣਾਂ ਸਾਰੀਆਂ ਸਾਡੀਆਂ ਬਜ਼ੁਰਗ ਨੌਜਵਾਨ ਸਾਡੇ ਲਿਆ ਕੇ ਸੜਕਾਂ 'ਤੇ ਬਿਠਾਤਾ। ਹੁਣ ਸਾਡੇ ਵਰਗੇ ਆ। ਮੈਂ ਕਾਮ ਕੁੜੀ ਆ, ਬਿਜ਼ਨਸ ਤਾਂ ਮੇਰਾ ਵੀ ਸੀ, ਕੰਮ ਸੀ। ਹੁਣ ਸਾਡੀ ਟੀਮ ਆ ਸਾਰੀ, ਮੋਹਾਲੀ ਦੀ ਟੀਮ ਹੈ, ਚੰਡੀਗੜ੍ਹ ਦੇ ਲੋਕ ਆ ਜਿਹੜੇ ਰੋਜ਼ ਚੌਂਕਾਂ 'ਤੇ ਖੜਦੇ ਆ। ਇੰਨੀ ਦੁਨੀਆ ਉਹ ਵਿਹਲੀ ਆ, ਉਹ ਬੇਇੱਜ਼ਤ ਆ। ਜੇ ਇੱਜ਼ਤ ਹੁੰਦੀ ਨਾ, ਮੋਦੀ ਸਰਕਾਰ ਜਿਹੜੀ ਕਹਿੰਦੇ ਆ ਕਿ ਹਾਂ ਸਾਡੀ ਇੱਜ਼ਤ ਨੂੰ ਠੇਸ ਪਹੁੰਚਦੀ ਹੈ, ਜੇ ਉਹਨਾਂ ਦੀ ਇੱਜ਼ਤ ਨੂੰ ਠੇਸ ਪਹੁੰਚਦੀ ਹੁੰਦੀ ਨਾ ਤਾਂ ਕਾਲੇ ਕਾਨੂੰਨ ਰੱਦ ਕਰਾ ਕੇ ਨਾਲੇ ਆਪ ਸੌਖੇ ਨਾਲੇ ਸਾਨੂੰ ਸੌਖੇ ਕਰ ਦਿੰਦੇ। ਕਿਉਂ ਔਖਿਆਂ ਕੀਤਾ ਸਾਨੂੰ ਵੀ ਇਹਨਾਂ ਨੇ? ਹੁਣ ਵੀ ਅਸੀਂ ਤਾਂ ਕਹਿੰਦੇ ਆ। ਲੋਕੀ ਸਾਨੂੰ ਐਂ ਕਹਿੰਦੇ ਆ ਕਿ ਲੱਗਦਾ ਚੰਨੀ ਕਰਾ ਦੂਗਾ, ਲੱਗਦਾ ਕੈਪਟਨ ਅਮਰਿੰਦਰ ਕਰਾ ਦੂਗਾ, ਨਵਜੋਤ ਸਿੰਘ ਸਿੱਧੂ ਕਰਾ ਦੂਗਾ, ਖੱਟਰ ਕਰਾ ਦੂ। ਅਸੀਂ ਕਹਿੰਦੇ ਆ ਮਰਿਆ ਕੁੱਤਾ ਕਰਾਵੇ ਸਾਡੇ ਕਾਲੇ ਕਾਨੂੰਨ ਰੱਦ। ਸਾਨੂੰ ਸਾਡੇ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ। ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਅਸੀਂ ਕੀ ਮੰਗਦੇ? MSP ਦੇ ਉੱਤੇ ਕਾਨੂੰਨ ਬਣਾਓ ਤੇ ਕਾਲੇ ਕਾਨੂੰਨ ਰੱਦ ਕਰੋ। ਆਰਾਮ ਨਾਲ ਅਸੀਂ ਵੀ ਆਪਦੇ ਘਰੇ ਬੈਠੀ, ਉਹ ਵੀ ਆਪਦੇ ਘਰੇ ਬੈਠਣ। ਪਰ ਸਰਕਾਰ ਦਾ ਇੰਨਾ ਹੱਠ ਕਰਨਾ, ਕਿਤੇ ਨਾ ਕਿਤੇ ਸਰਕਾਰ ਡਰੀ ਹੋਈ ਹੈ, ਕਿਉਂਕਿ ਜੇ ਕਾਲੇ ਕਾਨੂੰਨ ਇੱਕਦਮ ਉਹ ਰੱਦ ਕਰਦੇ ਆ ਤਾਂ ਬਹੁਤ ਬੜਾ ਉਹਨਾਂ ਨੂੰ ਮੇਰੇ ਹਿਸਾਬ ਨਾਲ ਝਟਕਾ ਲੱਗ ਸਕਦਾ ਸਰਕਾਰ ਨੂੰ ਜੀ, ਕਿ ਆਉਣ ਵਾਲੇ ਸਮੇਂ ਵਿੱਚ BJP ਦਾ ਸਕੋਪ ਖਤਮ ਹੋ ਸਕਦਾ ਹੈ ਜੀ। BJP ਦਾ ਸਕੋਪ ਤਾਂ ਵੈਸੇ ਵੀ ਖਤਮ ਹੀ ਹੈ, 101% ਖਤਮ ਆ। ਮੈਨੂੰ ਤਾਂ ਨਹੀਂ ਲੱਗਦਾ ਗਾ ਕਿ ਲੋਕ ਹੁਣ BJP ਨੂੰ ਵੋਟ ਪਾਉਣਗੇ। ਜਿਹੜੀ ਆਹ ਕਰੂਰਤਾ ਹੋਈ ਹੈ ਮੇਰੇ ਖਿਆਲ 'ਚ ਇਹਦੇ ਨਾਲ ਬਹੁਤ ਸਭ ਲੋਕਾਂ ਨੂੰ ਠੇਸ ਪਹੁੰਚੀ ਹੈ। ਵੋਟ ਪਾਉਣਾ ਸਭ ਦਾ ਅਧਿਕਾਰ ਹੈ, ਪਰ ਵੋਟ ਕਹਿੰਦੇ ਹੁੰਦੇ ਆ ਕਿਸੇ ਚੰਗੇ ਬੰਦੇ ਨੂੰ ਵੋਟ ਦਿਓ, ਹੈ ਨਾ, ਜਿਹੜਾ ਕੋਈ ਤੁਹਾਡਾ ਭਲਾ ਕਰ ਸਕੇ। ਉਸ ਰਾਜੇ ਨੂੰ ਵੋਟ ਨਾ ਦਿਓ ਜਿਹੜੀ ਕਿ ਤੁਹਾਡੀ ਆਵਾਜ਼ ਨੂੰ ਸਦਾ ਲਈ ਬੰਦ ਕਰ ਦੇਵੇ। ਇਹ ਸਾਡੀ ਆਵਾਜ਼ ਨੂੰ ਸਦਾ ਲਈ ਬੰਦ ਕੀਤਾ। ਪਰ ਮੈਨੂੰ ਐਂ ਲੱਗਦਾ ਹੁੰਦਾ ਕਿ ਉਹ ਵੀਰ ਹਮੇਸ਼ਾ ਸਾਡੇ 'ਚ ਜਿਉਂਦੇ ਰਹਿਣਗੇ। ਉਹਨਾਂ ਦੀ ਆਵਾਜ਼ ਜਿੰਨਾ ਚਿਰ ਕਿਸਾਨੀ ਹੈ ਉਹਨਾਂ ਦੀ ਆਵਾਜ਼ ਗੂੰਜਦੀ ਰਹੂਗੀ। ਪਰ ਜਿਹੜਾ ਹੈ ਨਾ ਜੋ ਵੀ ਯੂਪੀ ਦੇ ਵਿੱਚ ਹੋਇਆ, ਜੋ ਪ੍ਰਸ਼ਾਸਨ, ਜੋ ਕਰਨਾਲ ਦੇ ਵਿੱਚ ਜੋ ਪ੍ਰਸ਼ਾਸਨ ਨੇ ਆਪਣਾ ਕਾਰਵਾਈ ਕੀਤੀ ਹੈ ਜੀ, ਪਰ ਉਦੋਂ ਬਾਅਦ ਜਦੋਂ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਸੀ ਸੈਕਟਰ 17 ਵਿੱਚ, ਤੁਹਾਨੂੰ ਵੀ ਫੜ ਕੇ ਬੱਸਾਂ ਵਿੱਚ ਸੁੱਟਿਆ ਜਾ ਰਿਹਾ ਸੀ। ਪਰ ਇੱਕ ਗੱਲ ਦੀ ਦਾਦ ਵੀ ਦੇਣੀ ਬਣਦੀ ਹੈ ਕਿ ਉੱਥੇ ਪ੍ਰਸ਼ਾਸਨ ਨੂੰ ਝੁਕਣਾ ਪਿਆ। ਗੱਡੀ 'ਚ ਜੇ ਬੱਸ ਦੇ ਵਿੱਚ ਬੰਦੇ ਚੱਕੇ ਤਾਂ ਉਹਨਾਂ ਨੇ ਮਾਣ ਇੱਜ਼ਤ ਦੇ ਨਾਲ ਉਤਾਰੇ ਵੀ ਹੈ, ਇਹ ਵੀ ਗੱਲ ਪੱਕੀ ਹੈ ਜੀ। ਸੋ ਇਹ ਜਿਹੜੀ ਫਿਰ ਲੋਕਲ ਜਿਹੜੀ ਪੁਲਿਸ ਆ, ਇਹ ਕੀ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈਗੀ ਜੀ? ਇਹਨਾਂ ਨੂੰ ਸੋਚਣਾ ਨਹੀਂ ਚਾਹੀਦਾ ਉਹ ਕਿਸ ਤਰ੍ਹਾਂ ਤੁਹਾਡੇ ਨਾਲ ਧੱਕਾ ਕਰ ਦਿੰਦੇ ਆ ਜੀ? ਉਹਨਾਂ ਤੇ ਵੀ ਉੱਤੇ ਡੰਡਾ ਚੜਦਾ। ਮਤਲਬ ਇਹ ਨਹੀਂ ਹੈਗਾ ਕਿ ਦੇਖੋ ਹੁਣ ਮੈਂ ਸਰਕਾਰ ਦੀ ਗੁਲਾਮ ਨਹੀਂ ਆ, ਪਰ ਉਹ ਸਰਕਾਰ ਦੀ ਗੁਲਾਮ ਆ, ਉਹਨਾਂ ਦੀ ਜੌਬ ਆ। ਪਰ ਜਿਵੇਂ ਅਸੀਂ ਗੱਲ ਕਰਦੇ ਹਾਂ ਕਈ ਵਾਰੀ ਬਹੁਤ ਕਹਿ ਦਿੰਦੇ ਨੇ ਕਿ ਅਸੀਂ ਵੀ ਕਿਸਾਨਾਂ ਦੇ ਪੁੱਤਾਂ, ਪਰ ਅਸੀਂ ਕੀ ਕਰੀਏ, ਅਸੀਂ ਵਰਦੀ ਪਾਈ ਆ ਕਿਉਂਕਿ ਘਰ ਵੀ ਚਲਾਉਣੇ ਆ ਆਪਦੇ, ਹੈ ਨਾ। ਪਰ ਮੈਂ ਇਹ ਗੱਲ ਕਹਿੰਦੀ ਹਾਂ ਕਿ ਜਿਹੜੀ ਘਟਨਾ ਕਿਰਪਾਲ ਬਾਈ ਨਾਲ ਹੋਈ ਹੈ, ਮਤਲਬ ਉਸ ਤੋਂ ਬਾਅਦ ਮੈਨੂੰ ਐਂ ਲੱਗ ਰਿਹਾ ਕਿ ਇਹ ਗਲਤ ਆ। ਮਤਲਬ ਤੁਸੀਂ ਆਪਦੀਆਂ ਇੰਨੀਆਂ ਹੱਦਾਂ ਪਾਰ ਨਾ ਕਰੋ ਕਿ ਲੋਕ ਤੁਹਾਡੇ ਅਗੇਂਸਟ ਹੋ ਜਾਣ। ਅੱਜ ਤੱਕ ਅਸੀਂ ਚੰਡੀਗੜ੍ਹ ਪੁਲਿਸ ਦੇ ਕਦੀ ਅਗੇਂਸਟ ਨਹੀਂ ਹੋਏ, ਕਦੀ ਵੀ ਨਹੀਂ। ਹਮੇਸ਼ਾ ਮਤਲਬ ਪੁਲਿਸ ਸਾਡੇ ਨਾਲ ਮਤਲਬ ਕੋਆਪਰੇਟ ਕਰਦੀ ਆ, ਹਮੇਸ਼ਾ ਕੋਆਪਰੇਟ ਕਰਦੀ ਆ ਮਤਲਬ ਚੰਡੀਗੜ੍ਹ ਪੁਲਿਸ। ਪਰ ਜੋ ਕਿਰਪਾਲ ਬਾਈ ਵਾਲੀ ਗੱਲ ਹੋਈ ਆ ਜਾਂ ਮੇਰੇ ਵਾਲੀ ਘਟਨਾ ਦੇ ਵਿੱਚ ਵੀ ਉੱਥੇ ਪੁਲਿਸ ਨਹੀਂ ਸੀ ਹੈਗੀ। ਮਤਲਬ ਇੱਕ ਦੋ ਘਟਨਾਵਾਂ ਇਹੋ ਜਿਹੀਆਂ ਹੋਈਆਂ ਜਿੱਥੋਂ ਕਿ ਥੋੜ੍ਹਾ ਜਿਹਾ ਸਾਡਾ ਮਨ ਆ ਜਿਹੜਾ ਉਹ ਹੁੰਦਾ ਕਿ ਨਹੀਂ ਕਿ ਵੀ ਅਸੀਂ ਕੀ ਕਰੀਏ। ਜੇ ਹੁਣ ਜਿਵੇਂ ਕਰਨਾਲ ਦੇ ਵਿੱਚ ਸੀ, SDM ਨੇ ਕਹਿਤਾ ਕਿ ਜਿਹੜਾ ਬੰਦਾ ਮੇਰੇ ਕੋਲੇ ਆਵੇ ਨਾ ਉਹਦਾ ਸਿਰ ਪੱਟਿਆ ਹੋਣਾ ਚਾਹੀਦਾ।
ਅਸੀਂ ਡੀਸੀ ਕੋਲੇ ਹੀ ਜਾਣਾ ਸੀ ਉਦੋਂ ਵੀ, ਜਿੱਦਣ ਸਾਨੂੰ ਰੋਕਿਆ ਗਿਆ ਜੀ ਡੀਸੀ ਕੋਲੇ ਚੱਲੇ ਸੀ ਨਾ ਅਸੀਂ ਫਿਰ ਇਹਨਾਂ ਨੂੰ ਇੱਥੇ ਬਿਠਾ ਕੇ ਕੀਤਾ ਕੀ ਹੈ ਕੁਰਸੀਆਂ ਦੇ ਉੱਤੇ, ਭਾਵੇਂ ਆਪਦੀ ਪੜ੍ਹਾਈ ਨਾ ਬੈਠੇ ਆ, ਪਰ ਜੇ ਇੱਕ ਐਸਡੀਐਮ ਕੋਲੇ ਅਸੀਂ ਸ਼ਿਕਾਇਤ ਲੈ ਕੇ ਜਾਣੀ ਹੁੰਦੀ ਹੈ, ਡੀਸੀ ਕੋਲੇ ਅਸੀਂ ਸ਼ਿਕਾਇਤ ਲੈ ਕੇ ਜਾਣੀ, ਸਾਨੂੰ ਉਸ ਸ਼ਿਕਾਇਤ ਕਰਨ ਤੋਂ ਰੋਕਿਆ ਜਾਂਦਾ। ਕੀ ਫਾਇਦਾ ਫਿਰ ਇਹੋ ਜਿਹੀਆਂ ਕੁਰਸੀਆਂ ਦੇ ਉੱਤੇ ਬੈਠਣ ਦਾ। ਜੀ ਜੀ ਮੇਰੇ ਹਿਸਾਬ ਨਾਲ ਜਲਨ ਜਿਹੜੀ ਉਹ ਸ਼ਿਕਾਇਤ ਤੋਂ ਨਹੀਂ ਹੈਗੀ, ਜਲਨ ਤਾਂ ਹੋਵੇ ਕਿਸਾਨੀ ਦਾ ਨਾਰਾ ਹੀ ਕਿਉਂ ਵੱਜ ਰਿਹਾ ਹੈ, ਅਸਲ 'ਚ ਜਲਨ ਤਾਂ ਉਸੇ ਚੀਜ਼ ਤੋਂ ਹੋ ਸਕਦੀ ਹੈ ਜਿਹੜਾ ਰੋਕਿਆ ਜਾ ਰਿਹਾ। ਕਿਉਂਕਿ ਜੇ ਮੈਂ ਉੱਥੇ ਜੇ ਉਸੇ ਟਾਈਮ ਦੀ ਆਪਾਂ ਗੱਲ ਕਰ ਲਈਏ, ਜੇ ਮੈਂ ਕਹਿੰਦਾ ਮੇਰਾ ਕੋਈ ਪਰਸਨਲ ਮਾਮਲਾ ਹੁੰਦਾ ਤੇ ਮੈਂ ਸ਼ਿਕਾਇਤ ਲੈ ਕੇ ਜਾਂਦਾ ਉੱਥੇ, ਤਾਂ ਮੇਰੇ ਹਿਸਾਬ ਨਾਲ ਮੈਨੂੰ ਉਹਨਾਂ ਨੇ ਐਂਟਰ ਕਰ ਦੇ ਦੇਣਾ ਸੀ ਉਹਨਾਂ ਨੇ, ਪਰ ਸਾਨੂੰ ਨਹੀਂ ਐਂਟਰ ਕਰਨ ਤਾਂ ਇਹਦਾ ਮਤਲਬ ਇਹ ਕਿ ਜੋ ਅਸਲ 'ਚ ਜਲਨ ਜਿਹੜੀ ਹੈਗੀ ਆ ਉਹ ਤਾਂ ਕਿਸਾਨੀ ਧਰਨੇ ਤੋਂ ਜਾਂ ਕਿਸਾਨੀ ਨਾਰੇ ਤੋਂ ਹੋ ਸਕਦੀ ਹੈ। ਬਿਲਕੁਲ ਜਲਨ ਤਾਂ ਹੈਗੀ ਹੈ, ਪਰ ਮੈਂ ਇਹ ਗੱਲ ਕਹਿੰਦੀ ਹਾਂ ਕਿ ਸਾਰੇ ਰੋਟੀਆਂ ਖਾਂਦੇ ਹੋ, ਕਿਸਾਨਾਂ ਤੋਂ ਜਲਨ ਨਾ ਕਰੋ, ਕਿਸਾਨਾਂ ਦਾ ਸਾਥ ਦਿਓ। ਰਾਤ ਨੂੰ ਜਦੋਂ ਤੁਸੀਂ ਰੋਟੀ ਦੀ ਬੁਰਕੀ ਤੋੜ ਕੇ ਮੂੰਹ 'ਚ ਪਾਉਂਦੇ ਆ ਨਾ, ਉਦੋਂ ਇਹ ਚੀਜ਼ ਸੋਚਿਆ ਕਰੋ ਕਿ ਇਹ ਕਣਕ ਆਈ ਕਿੱਥੋਂ ਆ, ਅੱਜ ਤੱਕ ਕਿਸਾਨ ਦੇ ਖੇਤ 'ਚੋਂ ਹੀ ਆ। ਕਿਸਾਨਾਂ ਦੀ ਹਮਾਇਤ ਲਈ ਖੜੇ ਹੋਣਾ ਚਾਹੀਦਾ, ਕਿਉਂਕਿ ਜੇ ਦੇਸ਼ ਦਾ ਅੰਨਦਾਤਾ ਹੀ ਪਰੇਸ਼ਾਨ ਹੈ ਨਾ ਤਾਂ ਸੌਖਾ ਕੋਈ ਨਹੀਂ ਫਿਰ। ਕਿਉਂਕਿ ਸੱਪਾਂ ਦੀਆਂ ਸਿਰੀਆਂ ਫੇਕ ਕੇ ਇੰਨੀ ਗਰਮੀ ਦੇ ਵਿੱਚ ਇੰਨਾ ਕੁਛ, ਕਦੀ ਕਰੰਟ ਲੱਗ ਕੇ ਕਿਸਾਨ ਮਰ ਜਾਂਦਾ, ਕਦੀ ਸੁਸਾਈਡ ਕਰਦੇ ਆ, ਕਰਜ਼ੇ ਦੀ ਮਾਰ 'ਚ ਕਿਸਾਨ ਮਰਦਾ। ਮੈਂ ਕਈ ਵਾਰੀ ਇਹ ਸੋਚਦੀ ਹੁੰਦੀ ਹਾਂ ਕਿ ਸਾਰੀਆਂ ਤਸ਼ੱਦਦਾਂ ਜਿਹੜੀਆਂ ਨੇ, ਜੇ ਸਰਹੱਦਾਂ 'ਤੇ ਹੈ ਅਤੇ ਹੱਦਾਂ 'ਤੇ, ਉਹ ਕਿਸਾਨਾਂ ਦੇ ਪੱਲੇ ਹੀ ਆਈਆਂ ਨੇ। ਇਹਨਾਂ ਸਰਕਾਰਾਂ ਦੇ ਨੁਮਾਇੰਦਿਆਂ ਦੇ ਪੱਲੇ ਕਿਉਂ ਨਹੀਂ ਆਉਂਦੀਆਂ? ਨਾਲੇ ਤਾਂ ਰੋਟੀਆਂ ਕਣਕ ਦੀਆਂ ਖਾ ਕੇ ਉਹੀ ਨੁਮਾਇੰਦੇ ਸਾਡੇ ਉੱਥੇ ਹੱਠ ਕਰ ਰਿਹਾ। ਰੋਟੀ ਤਾਂ ਮੋਦੀ ਵੀ ਖਾਂਦਾ ਹੋਣਾ, ਜੇ ਰੋਟੀ ਨਹੀਂ ਖਾਂਦਾ ਬ੍ਰੈਡ ਖਾਂਦਾ ਤਾਂ ਬ੍ਰੈਡ ਵੀ ਤਾਂ ਕਣਕ ਦਾ ਹੀ ਬਣਦਾ ਹੈ। ਕਿਤੇ ਉਹਨੂੰ ਆਪਦੀ ਹੱਠ ਛੱਡ ਦੇਣੀ ਚਾਹੀਦੀ ਹੈ। ਕਹਿੰਦੇ ਹੁੰਦੇ ਇੰਨੀ ਜਿੱਦ ਬੰਦੇ ਨੂੰ, ਆਪਣੇ ਪੰਜਾਬੀ 'ਚ ਕਹਾਵਤ ਆ, ਇੰਨੀ ਜਿੱਦ ਨਹੀਂ ਕਰਨੀ ਚਾਹੀਦੀ, ਜਿੱਦ ਲੈ ਕੇ ਬਹਿ ਜਾਂਦੀ ਹੈ। ਤਾਂ ਉਹ ਗੱਲ ਹੋਈ ਪਈ ਹੈ ਕਿ ਮੋਦੀ ਨੂੰ ਮੋਦੀ ਦੀ ਜਿੱਦ ਲੈ ਕੇ ਬੈਠੂਗੀ। ਮੈਨੂੰ ਇਹ ਲੱਗਦਾ ਕਿ ਇਸ ਵਾਰੀ ਯੂਪੀ ਦੇ ਲੋਕ ਵੀ ਗਲਤੀ ਨਹੀਂ ਕਰਨਗੇ। ਉਮੀਦ ਹੈਗੀ ਹੈ ਕਿ ਹੁਣ ਪੂਰਾ ਮਤਲਬ ਮੈਨੂੰ ਦਿਲ ਕਹਿੰਦਾ ਸਾਡਾ ਕਿ ਜਿਹੜੀ ਗੁਲਾਮੀ ਦੀਆਂ ਜੰਜੀਰਾਂ ਆ ਉਹਨਾਂ ਨੂੰ ਇੱਕ ਉਮੀਦ ਬਣ ਗਈ ਹੈ। ਚਲੋ ਬੇਸ਼ੱਕ ਉੱਥੇ ਛੋਟੇ ਵੀਰਾਂ ਨੂੰ ਜਿਹੜੀਆਂ ਕੁਰਬਾਨੀਆਂ ਵੀ ਦੇਣੀਆਂ ਪਈਆਂ ਆ, ਪਰ ਦੇਖੋ ਆਜ਼ਾਦੀ ਲਈ ਕੁਰਬਾਨੀਆਂ ਵੀ ਦੇਣੀਆਂ ਪੈਣੀਆਂ, ਇਹ ਤਾਂ ਇਤਿਹਾਸ ਆ ਜੀ ਸਾਡਾ, ਹੈ ਨਾ ਜੀ। ਪਰ ਇਹ ਵੀ ਲੱਗਦਾ ਕਿ ਹਾਂ ਇਹਦੇ ਬਾਅਦ ਇੱਕ ਬੜਾ ਬਦਲਾਅ ਵੀ ਆਊਗਾ ਜੀ। ਬਿਲਕੁਲ ਬਿਲਕੁਲ, ਦੇਖੋ ਇਹ ਸਾਡਾ ਇਤਿਹਾਸ ਆ, ਔਰ ਇਤਿਹਾਸ ਕਹਿੰਦੇ ਹੁੰਦੇ ਆ ਕੁਰਬਾਨੀਆਂ ਦਿੱਤੇ ਬਿਨਾਂ ਕੋਈ ਵੀ ਸੰਘਰਸ਼ ਆ ਜਿਹੜੇ ਉਹ ਜਿੱਤੇ ਨਹੀਂ ਜਾਂਦੇ, ਹੈ ਨਾ। ਪਰ ਇਹ ਕੁਰਬਾਨੀ ਥੋੜ੍ਹੀ ਜਿਹੀ ਜ਼ਿਆਦਾ ਹੋ ਗਈ, ਕਿਉਂਕਿ ਮਤਲਬ ਕਿਸੇ ਮਾਵਾਂ ਦੀਆਂ ਕੁੱਖਾਂ ਉੱਜੜ ਗਈਆਂ, ਹੈ ਨਾ। ਪਰ ਚਲੋ ਮੈਂ ਇਹ ਗੱਲ ਕਹਿੰਦੀ ਹਾਂ ਕਿ ਇਹਨਾਂ ਵੀਰਾਂ ਦੀ ਸ਼ਹੀਦੀਆਂ ਹੀ ਸਾਡੇ ਕਾਲੇ ਕਾਨੂੰਨ ਰੱਦ ਕਰਾ ਦੇਣ। ਸ਼ਾਇਦ ਇਸ ਰਾਜੇ ਦਾ ਢਿੱਡ ਭਰ ਗਿਆ ਹੋਵੇ ਸਾਡੇ ਵੀਰਾਂ ਦੇ ਖੂਨ ਨਾਲ, ਤਾਂ ਇਹ ਜਿਹੜਾ ਇਹ ਖੂਨ ਦੀ ਪੀ ਕੇ ਇੰਨਾ ਜਿਹੜਾ ਖੂਨ ਪੀ ਲਿਆ ਇਹਨੇ ਸਾਡਾ, 750 ਕਿਸਾਨ ਸ਼ਹੀਦ ਹੋ ਗਿਆ। ਹੁਣ ਤਾਂ ਇਹਦਾ ਢਿੱਡ ਆਫਰਨਾ ਚਾਹੀਦਾ, ਹੁਣ ਤਾਂ ਇਹਨੂੰ ਬੋਲਣਾ ਚਾਹੀਦਾ ਕਿਉਂ ਗੂੰਗਾ ਬਣਿਆ ਹੋਇਆ। ਮਤਲਬ ਕਾਲੇ ਕਾਨੂੰਨ ਕਿੱਡੀ ਕੁ ਗੱਲ ਹੈ ਇੱਕ ਰਾਜੇ ਲਈ, ਆਪਦੀ ਪ੍ਰਜਾ ਨੂੰ ਖੁਸ਼ ਕਰਨ ਦੇ ਲਈ ਕੋਈ ਖਾਸ ਗੱਲ ਨਹੀਂ ਹੈ। ਜਿੱਦ ਛੱਡ ਦੇਣੀ ਚਾਹੀਦੀ ਹੈ, ਹੱਟ ਛੱਡ ਦੇਣੀ ਚਾਹੀਦੀ ਹੈ ਜੀ। ਮੇਰਾ ਆਖਰੀ ਸਵਾਲ ਹੈ ਜੀ, ਤੁਹਾਡੇ ਪਰ ਅਟੈਕ ਹੋਇਆ ਸੀ ਕੁਛ ਮਹੀਨੇ ਪਹਿਲਾਂ ਦੀ ਆਪਾਂ ਗੱਲ ਕਹਿ ਸਕਦੇ ਹਾਂ, ਹੈ ਨਾ। ਪ੍ਰਸ਼ਾਸਨ ਨੇ ਕੋਈ ਪੈਰਾਵਾਈ ਕੀਤੀ ਹੈ ਜੀ? ਤੁਹਾਨੂੰ ਇਨਸਾਫ ਮਿਲਿਆ ਹੈ ਜਾਂ ਫਿਰ ਉਹ ਹੋਰਾਂ ਕੇਸਾਂ ਦੀ ਤਰ੍ਹਾਂ ਉਹ ਵੀ ਫਾਈਲ ਦੇ ਵਿੱਚ ਇੱਦਾਂ ਉਹਦੇ ਪਰ ਧੂੜ ਮਿੱਟੀ ਪਈ ਹੋਈ ਹੈ ਜੀ? ਸੇਮ ਧੂੜ ਮਿੱਟੀ ਪਈ ਹੋਈ ਆ, ਸੇਮ ਹੀ। ਕਿਉਂਕਿ ਪਤਾ ਕੀ ਆ, ਮੰਨ ਲਓ ਹੁਣ FIR ਦਰਜ ਕਰਾਤੀ ਆਪਾਂ, ਉਦੋਂ ਅੱਗੇ ਤਾਂ ਕਾਰਵਾਈ ਪੁਲਿਸ ਨਹੀਂ ਕਰਨੀ ਹੈ ਨਾ, ਮੈਂ ਤਾਂ ਨਹੀਂ ਕਰਨੀ। ਠੀਕ ਆ, ਕੋਈ ਗੱਲ ਨਹੀਂ, ਅਸੀਂ ਹੁਣ ਆਪਦੇ ਵੱਲੋਂ ਕੋਸ਼ਿਸ਼ ਕਰਾਂਗੇ। ਥੋੜ੍ਹਾ ਜਿਹਾ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਸਬਰ ਦਾ ਫਲ ਮਿੱਠਾ ਹੁੰਦਾ, ਸ਼ਾਇਦ ਸਬਰ ਆ ਜਿਹੜਾ ਉਹ, ਜੇ ਮੇਰੇ ਵਾਲਾ ਜਿਹੜੀ ਗੱਲ ਦੇ ਵਿੱਚ ਬਹੁਤ ਕੁਝ ਹੋਇਆ ਵੀ, ਬੋਲਿਆ ਵੀ ਗਿਆ ਬਹੁਤ ਕੁਝ, ਪਰ ਮੈਂ ਕਹਿੰਦੀ ਹਾਂ ਕਿ ਮੇਰਾ ਮਾਲਕ ਜਾਣਦਾ, ਮੇਰਾ ਮਾਲਕ ਮੈਨੂੰ ਉਹਨਾਂ ਲੋਕਾਂ ਤੋਂ ਇਨਸਾਫ ਦਿਵਾਊਗਾ ਆਉਣ ਵਾਲੇ ਦਸੰਬਰ ਦੇ ਇਲੈਕਸ਼ਨ ਦੇ ਵਿੱਚ। ਜਿਹੜੇ ਲੋਕਾਂ ਨੇ ਮੇਰੇ ਨਾਲ ਤਸ਼ੱਦਦ ਕੀਤੀ ਹੈ ਨਾ, ਉਹਨਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਮੋੜ 'ਤੇ ਆ ਜਾਣ, ਹਰ ਮੋੜ 'ਤੇ BJP ਨੂੰ ਰਾਜਕੌਰ ਖੜੀ ਮਿਲੂਗੀ। ਵੜਨ ਨਹੀਂ ਦਿੰਦੇ ਅਸੀਂ ਘਰਾਂ ਦੇ ਵਿੱਚ। ਭੈਣ ਮੇਰੇ ਵੱਲੋਂ ਤੁਹਾਨੂੰ ਸਲੂਟ ਹੈ ਜੀ, ਬਹੁਤ ਬਹੁਤ ਧੰਨਵਾਦ, ਤੁਹਾਡਾ ਕੀਮਤੀ ਸਮਾਂ ਤੁਸੀਂ ਆਪਣਾ ਕੱਢਿਆ। ਸੋ ਭੈਣ ਦਾ ਬਹੁਤ ਧੰਨਵਾਦ ਕਰਦੇ ਆ, ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ, ਕਿਉਂਕਿ ਜਿਸ ਤਰ੍ਹਾਂ ਸੰਘਰਸ਼ ਵਿੱਚ ਲਗਾਤਾਰ, ਨਹੀਂ ਤੇ BJP ਨੂੰ ਮੂੰਹ ਤੋੜਮਾ ਜਵਾਬ ਇਹਨਾਂ ਨੇ ਦਿੱਤਾ ਸੀ ਇੱਥੇ, ਚਾਹੇ ਇਕੱਲੇ ਖੜਦੇ ਆ। ਗੱਲ ਕਰ ਲਈ ਆਪਾਂ ਝਾਂਸੀ ਦੀ ਰਾਣੀ ਦੀ, ਆਪਾਂ ਕਹਾਣੀ ਸੁਣ ਦਿੰਦੇ ਸੀ ਵੀ ਅੰਗਰੇਜ਼ ਉਹਨਾਂ ਨੇ ਭਜਾਏ ਸੀ, ਤੇ ਅੱਜ ਭੈਣ ਉਹ ਰੋਲ ਅਦਾ ਕਰ ਰਹੀ ਆ, ਉਹ ਖੂਨ ਇਹਨਾਂ ਅੰਦਰ ਹੈਗਾ ਆ, ਤੇ ਅੱਜ BJP ਵਾਲਿਆਂ ਨੂੰ ਭਜਾ ਰਹੇ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਆ ਦੇਸ਼ ਦੀ ਸਿਆਸਤ ਆ ਉਹ ਕਿੱਧਰ ਨੂੰ ਜਾਂਦੀ ਆ, ਲੋਕਤੰਤਰ ਬਚਦਾ ਆ ਜਾਂ ਲੋਕਤੰਤਰ ਦਾ ਹੋਰ ਕਿੰਨਾ ਕੁ ਘਾਣ ਹੁੰਦਾ ਆ। ਸੋ ਜੁੜੇ ਰਹੋ ਜਿੰਦਾਬਾਦ ਚੈਨਲ ਦੇ ਨਾਲ।